ਭਾਵੇਂ ਸੁਖ ਸਰਕਾਰੀਆ ਹੋਣ, ਭਾਵੇਂ ਚਰਨਜੀਤ ਚੰਨੀ ਹੋਣ, ਭਾਵੇਂ ਤ੍ਰਿਪਤ ਬਾਜਵਾ ਹੋਣ ਤੇ ਭਾਵੇਂ ਸੁਖੀ ਰੰਧਾਵਾ ਹੋਣ, ਭਾਵੇਂ ਜਾਣੀ ਕਿ ਨਵਜੋਤ ਸਿੰਘ ਸਿੱਧੂ ਸੀ। ਸਾਰਿਆਂ ਨਾਲ ਜੇਕਰ ਕੈਪਟਨ ਅਮਰਿੰਦਰ ਸਿੰਘ ਕੱਲਾ ਫੇਲ ਹੋਇਆ ਤੇ ਤੁਸੀਂ ਆਪਦਾ ਰਿਪੋਰਟ ਕਾਰਡ ਲੋਕਾਂ ਦੇ ਸਾਹਮਣੇ ਰੱਖ ਦਿਓ। ਤੁਸੀਂ 10 ਡਿਪਾਰਟਮੈਂਟ ਦੇ ਵਿੱਚ ਕਿਹੜਾ ਚੰਗਾ ਕੰਮ ਹੋ ਗਿਆ ਕਿ ਨਵਜੋਤ ਸਿੰਘ ਸਿੱਧੂ ਇੰਡੀਵਿਜੂਅਲ ਤੌਰ ਤੇ ਲੱਖ ਜਾਨੀ ਕਿ ਉਹਨਾਂ ਤੇ ਕੋਈ ਕਰਪਸ਼ਨ ਦਾ ਚਾਰजेस ਨਾ ਲੱਗਿਆ ਹੋਵੇ, ਪਰ ਉਹਨਾਂ ਨੇ ਕਰਪਸ਼ਨ ਨੂੰ ਖਤਮ ਕਰਨ ਵਾਸਤੇ ਵੀ ਕੁਝ ਨਹੀਂ ਕੀਤਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਾਇਬ ਸਿੰਘ ਸਿੱਧੂ। ਜਿੱਥੇ ਕਿ ਕਾਂਗਰਸ ਦਾ ਕਾਟੋ ਕਲੇਸ਼ ਰੋਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾਂ ਸਿੱਧੂ ਸਾਹਿਬ ਅਤੇ ਕੈਪਟਨ ਅਮਰਿੰਦਰ ਸਿੰਘ 'ਚ ਜਿਹੜਾ ਕਾਟੋ ਕਲੇਸ਼ ਚੱਲਿਆ ਸੀ, ਉਹ ਹਾਈ ਕਮਾਂਡ ਦਾ ਕਹਿਣਾ ਕਿ ਅਸੀਂ ਸੁਲਝਾ ਲਿਆ ਗਿਆ ਹੈ, ਪਰ ਜਿਹੜਾ ਹੁਣ ਉਸ ਤੋਂ ਬਾਅਦ ਕਾਟੋ ਕਲੇਸ਼ ਚੱਲ ਰਿਹਾ, ਮੰਤਰੀਆਂ ਦਾ ਕਾਟੋ ਕਲੇਸ਼ ਚੱਲ ਰਿਹਾ, ਕਹਿ ਰਹੇ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹੋ ਕਿਉਂਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ। ਅਸੀਂ ਜਨਤਾ ਵਿੱਚ ਜਾਣ ਜੋਗੇ ਨਹੀਂ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਜੋਗੇ ਨਹੀਂ ਰਹੇ, ਇਸ ਲਈ ਇਸ ਨੂੰ ਬਦਲਣਾ ਚਾਹੀਦਾ ਗਾ। ਇਸ ਨੂੰ ਲੈ ਕੇ ਆਪਾਂ ਗੱਲ ਕਰ ਦਿਆਂਗੇ। ਸਾਡੇ ਨਾਲ ਜੁੜਿਆ ਆਮ ਆਦਮੀ ਪਾਰਟੀ ਤੋਂ ਨੀਲ ਗਰਗ ਜੀ, ਉਹਨਾਂ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਗਰਗ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਕੀ ਕਹਿਣਾ ਚਾਹੋਗੇ ਜਿਹੜਾ ਆਪਣੇ ਕਾਂਗਰਸ ਪਾਰਟੀ ਵਿੱਚ ਕਾਟੋ ਕਲੇਸ਼ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ? ਦੇਖੋ, ਇਹ ਨਾ ਜੇਕਰ ਤੁਸੀਂ ਥੋੜਾ ਜਿਹਾ ਬੈਕਗ੍ਰਾਉਂਡ ਤੇ ਜਾਓ, ਪਿਛਲੇ 3-3.5 ਮਹੀਨੇ ਪਹਿਲਾਂ ਇਹਨਾਂ ਦਾ ਰੌਲਾ ਸ਼ੁਰੂ ਹੋਇਆ ਕਿ ਪੰਜਾਬ ਦਾ ਪ੍ਰਧਾਨ ਕੌਣ ਹੋਵੇ। ਉਸ ਤੋਂ ਬਾਅਦ ਹੌਲੀ-ਹੌਲੀ ਚੱਲਦਾ ਜਾਨੀ ਕਿ ਪ੍ਰਧਾਨ ਵੀ ਬਣ ਗਿਆ। ਸ਼ਾਇਦ ਲੱਗਿਆ ਕਿ ਇਹ ਮਸਲਾ ਹੱਲ ਹੋ ਜਾਏਗਾ, ਪਰ ਜਿਹੜੀ ਇਹ ਲੜਾਈ ਹੁੰਦੀ ਹੈ, ਰਾਜਨੀਤਿਕ ਲੜਾਈ, ਦੋ ਧਿਰਾਂ ਦੇ ਸਰਕਾਰੀ ਤੇ ਹੈਗੀ ਹੈ, ਉਹਨਾਂ ਦੀ ਸਰਕਾਰ ਹੈਗੀ ਹੈ। ਔਰ ਜਦੋਂ ਸਰਕਾਰ ਦੇ ਵਿੱਚ ਤੇ ਯਾਨੀ ਕਿ ਲੜਾਈ ਹੋਵੇ ਤਾਂ ਉੱਥੇ ਕੰਮ ਹੁੰਦੇ ਵੀ ਨਹੀਂ। ਇਹ ਗੱਲ ਵੱਖਰੀ ਹੈ ਕਿ ਪਿਛਲੇ 4.5 ਸਾਲਾਂ 'ਚ ਵੀ ਇਸ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ। ਹੁਣ ਜਿਸ ਤਰੀਕੇ ਨਾਲ ਕੱਲ੍ਹ ਇਹ ਜਿਹੜੀ ਬਗਾਵਤ ਨਹੀਂ ਆਈ, ਜਿਸ ਦੇ ਮੰਤਰੀ ਸ਼ਾਮਲ ਸੀ, ਇਹਨਾਂ ਦੇ ਕੁਝ MLA, ਔਰ ਜਿਸ ਤਰੀਕੇ ਨਾਲ ਉਹ ਕਹਿ ਰਹੇ ਸੀ ਕਿ ਪੰਜਾਬੀ ਨਹੀਂ ਚਾਹੁੰਦੇ ਜਿਹੜਾ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਵੇ, ਸਾਡਾ ਸਵਾਲ ਉਹਨਾਂ ਨੂੰ ਇਹ ਹੈ ਵੀ ਭਾਈ ਤੁਹਾਨੂੰ ਹੁਣ ਪਤਾ ਲੱਗਿਆ ਹੋਣਾ, ਪੰਜਾਬ ਦੇ ਲੋਕਾਂ ਨੂੰ ਤਾਂ ਪਿਛਲੇ 4 ਸਾਲਾਂ ਤੋਂ ਪਤਾ ਹੈਗਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ ਇਹ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਰਿਹਾ ਔਰ ਇਹਨੂੰ ਬਦਲ ਦੇਣਾ ਚਾਹੀਦਾ ਹੈਗਾ, ਜਿਹੜੀ ਚੀਜ਼ ਤੁਸੀਂ ਅੱਜ ਕਹਿ ਰਹੇ ਹੋ। ਪਰ ਮਸਲਾ ਇਹ ਹੈਗਾ ਵੀ ਤੁਸੀਂ ਵੀ ਕੋਈ ਪੰਜਾਬ ਦੇ ਹਮਦਰਦ ਨਹੀਂ ਹੈਗੇ ਔਰ ਪੰਜਾਬ ਦੇ ਪ੍ਰਤੀ ਸੁਹਿਰਦ ਨਹੀਂ ਹੈਗੇ, ਕਿਉਂਕਿ ਤੁਸੀਂ ਵੀ ਉਸੇ ਸਰਕਾਰ ਦਾ ਹਿੱਸਾ ਹੈ। ਜਿਹੜੇ ਮੰਤਰਾਲੇ ਤੁਹਾਡੇ ਕੋਲੇ ਹੈਗੇ ਆ, ਜਿਵੇਂ ਸੁਖੀ ਰੰਧਾਵਾ ਕੋਲੇ ਜੇਲ੍ਹ ਵਿਭਾਗ ਹੈਗਾ, ਜੇਲ੍ਹਾਂ ਦੇ ਵਿੱਚ ਕਿਹੜਾ ਨਸ਼ੇ ਬੰਦ ਹੋ ਗਏ? ਉੱਥੇ ਤਾਂ ਨਸ਼ੇ ਅੱਜ ਵੀ ਚੱਲਦੇ, ਗੈਂਗਸਟਰਾਂ ਦੀਆਂ ਵਾਰਾਂ ਅੱਜ ਵੀ ਚੱਲਦੀਆਂ ਹੈਗੀਆਂ। ਇਸੇ ਤਰ੍ਹਾਂ ਇਹਨਾਂ ਦੇ ਬਾਕੀ ਮੰਤਰੀ ਜਿਹੜੇ ਹੈਗੇ ਆ, ਉਹ ਜਿਹੜੇ ਡਿਪਾਰਟਮੈਂਟ ਵੀ ਹੈਗੇ ਆ, ਵਿਭਾਗ ਵੀ ਹੈਗੇ, ਉਹ ਵੀ ਬੁਰੀ ਤਰ੍ਹਾਂ ਫੇਲ ਹੋਏ ਆ। ਤਾਂ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਕੈਪਟਨ ਅਮਰਿੰਦਰ ਸਿੰਘ ਫੇਲ ਹੋਏ ਆ, ਬਲਕਿ ਇਹ ਪੂਰੀ ਦੀ ਪੂਰੀ ਸਰਕਾਰ ਫੇਲ ਹੋਈ ਹੈ। ਔਰ ਉਹ ਸਰਕਾਰ ਫੇਲ ਹੋਈ ਹੈ ਜਿਹਨੇ ਗੁਟਕਾ ਸਾਹਿਬ ਦੀ ਸਹੁੰ ਬਠਿੰਡਾ ਦੀ ਧਰਤੀ ਦੇ ਉੱਤੇ ਚੁੱਕੀ ਸੀ। ਤੇ ਤੁਹਾਨੂੰ ਯਾਦ ਹੋਏਗਾ ਸਿੱਧੂ ਸਾਹਿਬ, ਜੇਕਰ ਤੁਸੀਂ ਪੁਰਾਣੀਆਂ ਉਹਨਾਂ ਵੀਡੀਓ ਦੇਖੋ, ਜਦੋਂ ਬਠਿੰਡੇ ਇਹਨਾਂ ਦੀ ਕਾਨਫਰੰਸ ਹੋ ਰਹੀ ਸੀ ਜਿੱਥੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕੀ ਜਾ ਰਹੀ ਸੀ, ਉਹਦਾ ਜਕਾਰਾ ਲਾਉਣ ਵਾਲੇ ਉਹਦੇ ਪਿੱਛੇ ਖੜੇ ਸੀ। ਅੱਧੇ ਤੋਂ ਵੱਧ ਇਹੀ ਲੋਕ ਸੀ ਜਿਹੜੇ ਉਸ ਟਾਈਮ ਦੇ ਜਕਾਰੇ ਲਗਾ ਰਹੇ ਸੀ, ਔਰ ਇਹ ਵੀ ਉਨੇ ਹੀ ਦੋਸ਼ੀ ਨੇ ਜਿੰਨੇ ਕੈਪਟਨ ਅਮਰਿੰਦਰ ਸਿੰਘ ਦੋਸ਼ੀ। ਹੁਣ ਜਿਵੇਂ ਆਪਾਂ ਦੇਖੀਏ ਵੀ ਇਹ ਮੰਤਰੀ ਜਾਂ ਹੋਰ ਵਿਧਾਇਕ ਅੱਗੇ ਆ ਰਹੇ ਹੈਗੇ ਵੀ ਕਾਟੋ ਕਲੇਸ਼ 'ਚ, ਕਿਤੇ ਇਹ ਤਾਂ ਨਹੀਂ ਗਾ ਸਿੱਧੂ ਦੇ ਧੜੇ ਦੇ ਅਤੇ ਸਿੱਧੂ ਆਪ ਪਿੱਛੇ ਹਟ ਕੇ ਇਹਨਾਂ ਨੂੰ ਅੱਗੇ ਕਰੀ ਜਾਂਦਾ ਹੋਵੇ ਵੀ ਆਪਾਂ ਮੁੱਖ ਮੰਤਰੀ ਨੂੰ ਜਿਹੜਾ ਇਸੇ ਨੂੰ ਲਾਉਣਾਗਾ, ਇਸ ਲਈ ਇਹਨਾਂ ਨੂੰ ਅੱਗੇ ਕਰਤਾ ਹੋਵੇ ਜੀ? ਨਹੀਂ, ਇਹ 'ਚ ਤੁਸੀਂ ਹੋਰ ਥੋੜਾ ਜਿਹਾ ਡਿਟੇਲ ਦੇ ਵਿੱਚ ਜਾਓ। ਇਹਨਾਂ ਦੇ ਪਿਛਲੇ ਦਿਨ ਇੱਕ ਤਾਲਮੇਲ ਕਮੇਟੀ ਬਣੀ। ਉਹ ਤਾਲਮੇਲ ਕਮੇਟੀ 'ਚ ਕੁਝ ਜਾਨੀ ਕਿ ਸਰਕਾਰ ਦੇ ਨੁਮਾਇੰਦੇ ਸੀ ਤੇ ਕੁਝ ਪਾਰਟੀ ਦੇ ਨੁਮਾਇੰਦੇ ਸੀ, ਲੇਕਿਨ ਉਹਦੇ ਵਿੱਚ ਜਦੋਂ ਤੁਸੀਂ ਦੇਖੋ ਕਿ ਇਹਨਾਂ ਦੀ ਮਾਝਾ ਐਕਸਪ੍ਰੈਸ ਜਿਹਨੂੰ ਕਹਿੰਦੇ ਆ, ਉਹ 'ਚ ਆਪਣੇ ਤ੍ਰਿਪਤ ਰਜਿੰਦਰ ਬਾਜਵਾ ਜੀ ਆ ਗਏ, ਸੁਖੀ ਰੰਧਾਵਾ ਜੀ ਆ ਗਏ, ਸੁਖ ਸਰਕਾਰੀਆ ਜੀ ਆ ਗਏ। ਇਹਨਾਂ ਨੂੰ ਤਾਂ ਤਾਲਮੇਲ ਕਮੇਟੀ 'ਚ ਲਿਆ ਹੀ ਨਹੀਂ। ਸੋ ਇਹ ਨਹੀਂ ਹੈਗਾ ਕਿ ਇੱਥੇ ਸਿਰਫ ਦੋ ਧੜੇ ਹੈਗੇ ਆ, ਇੱਕ ਬੰਨੇ ਸਰਕਾਰ ਹੈ ਤੇ ਇੱਕ ਬੰਨੇ ਜੇ ਨਵਜੋਤ ਸਿੰਘ ਸਿੱਧੂ ਹੈ। ਵਿਦਨ ਦਾ ਨਵਜੋਤ ਸਿੰਘ ਸਿੱਧੂ ਵੀ ਇਹਨਾਂ 'ਚ ਹੋਰ ਅੱਗੇ ਧੜਾ ਹੈਗਾ ਇੱਕ, ਤੇ ਜਿਹੜਾ ਆਪਣੇ ਆਪ ਨੂੰ ਮਾਝੇ ਦਾ ਬੜਾ ਸਟਰੋਂਗ ਜਾਣੀ ਕਿ ਧੜਾ ਕਹਾਉਂਦਾ ਹੈਗਾ। ਸੋ ਇਸ ਕਰਕੇ ਇਹ ਨਹੀਂ ਹੈਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਤਾ ਤੇ ਉਹਦੇ ਨਾਲ ਕੋਈ ਮਸਲਾ ਹੱਲ ਹੋ ਜਾਊਗਾ। ਔਰ ਦੂਸਰੀ ਗੱਲ ਇਹ ਹੈਗੀ ਵੀ ਮਸਲੇ ਉਦੋਂ ਤੱਕ ਹੱਲ ਨਹੀਂ ਹੋ ਸਕਦੇ ਜਦੋਂ ਤੱਕ ਸਰਕਾਰ ਦੀ ਨੀਅਤ ਅਤੇ ਜਿਹੜੀ ਹੈ ਉਹ ਨੀਤੀ ਸਾਫ਼ ਨਹੀਂ ਹੈਗੀ। ਸਰਕਾਰ ਦੀ ਨੀਤੀ ਤਾਂ ਇਹ ਹੈਗੀ ਅਸੀਂ ਪੰਜਾਬ 'ਚ ਮਾਫੀਆ ਚਲਾਉਣਾ ਹੈ। ਸਰਕਾਰ ਦੀ ਨੀਤੀ ਤਾਂ ਇਹ ਹੈਗੀ ਕਿ ਬਿਜਲੀ ਦੇ ਸਮਝੌਤੇ ਜਿਹੜੇ ਨਾਲ 87,500 ਕਰੋੜ ਰੁਪਏ ਦੀ ਪੰਜਾਬ
ਪੰਜਾਬ ਦੀ ਲੁੱਟ ਹੋਈ ਹੈ ਉਹ ਕੈਂਸਲ ਨਹੀਂ ਕਰਨੇ। ਸਰਕਾਰ ਦੀ ਨੀਤੀ ਤਾਂ ਇਹ ਹੈਗੀ ਕਿਸਾਨ ਜਿਹੜਾ ਹੈਗਾ ਲਗਾਤਾਰ ਆਰਥਿਕ ਤੌਰ ਤੇ ਕਮਜ਼ੋਰ ਹੁੰਦਾ ਜਾ ਰਿਹਾ, ਇਸ ਕਰਕੇ ਉਹਦੇ ਜੁਮੇ ਕਰਜ਼ਾ ਚੜ ਰਿਹਾ ਹੈਗਾ, ਇਸ ਕਰਕੇ ਉਹ ਖੁਦਕਸ਼ੀਆਂ ਕਰ ਰਿਹਾ ਹੈਗਾ। ਉਸ ਖੁਦਕਸ਼ੀਆਂ ਨੂੰ ਰੋਕਣ ਵਾਸਤੇ, ਉਹਦੀ ਆਰਥਿਕ ਹਾਲਤ ਮਜ਼ਬੂਤ ਕਰਨ ਵਾਸਤੇ ਕੋਈ ਇਹਨਾਂ ਕੋਲੇ ਨੀਤੀ ਹੈ ਨਹੀਂ, ਉਹ ਤਾਂ ਇਹਨਾਂ ਦੀ ਨੀਤੀ ਦੇ ਵਿੱਚ ਸ਼ਾਮਲ ਨਹੀਂ ਹੈਗਾ। ਔਰ ਦੂਸਰੇ ਬੰਨੇ ਘਰ ਘਰ ਰੁਜ਼ਗਾਰ ਦੇਣ ਦੀ ਨੀਤੀ ਦੇ ਵਿੱਚ ਸ਼ਾਮਲ ਨਹੀਂ ਹੈਗਾ। ਤਾਂ ਫਿਰ ਜਦੋਂ ਇਹ ਸਾਰੀਆਂ ਨੀਤੀਆਂ ਦੇ ਵਿੱਚ ਸ਼ਾਮਲ ਹੀ ਹੈ ਨਹੀਂ ਹੈ ਤੇ ਪੰਜਾਬ ਦੇ ਮਸਲੇ ਹੱਲ ਕਿਵੇਂ ਹੋਣਗੇ? ਇਹ ਤਾਂ ਮਤਲਬ ਕਿਸੇ ਨੂੰ ਵੀ ਜਾ ਕੇ ਤੁਸੀਂ ਪੁੱਛੋਗੇ ਉਹੀ ਕਹੇਗਾ ਕਿ ਹੁਣ ਜਦੋਂ 4.5 ਸਾਲਾਂ 'ਚ ਕੁਝ ਨਹੀਂ ਹੋਇਆ ਤੇ ਹੁਣ ਅਗਲੇ 5 ਮਹੀਨਿਆਂ 'ਚ ਵੀ ਕੁਝ ਨਹੀਂ। ਕਹਿ ਰਹੇ ਆ ਵੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਗਏ। ਪਰ ਜਦੋਂ ਦਾ ਸਿੱਧੂ ਸਾਹਿਬ ਪ੍ਰਧਾਨ ਬਣੇ ਹੈਗੇ ਉਦੋਂ ਪਹਿਲਾਂ ਬਥੇਰੇ ਟਵੀਟ ਹੁੰਦੇ ਸੀ, ਆਹ ਨਹੀਂ ਹੋਇਆ, ਆਹ ਨਹੀਂ ਹੋਇਆ ਸੀ, ਆਹ ਕਰਨਾ ਸੀਗਾ। ਪਰ ਉਸ ਤੋਂ ਬਾਅਦ ਸਾਰੇ ਟਵੀਟ ਕਰਨੇ ਬੰਦ ਕਰਤੇ ਤੇ ਕੋਈ ਉਦੋਂ ਬਾਅਦ ਹੱਲ ਵੀ ਕਿਸੇ ਚੀਜ਼ ਦਾ ਨਹੀਂ ਕੀਤਾ ਗਿਆ। ਦੇਖੋ ਮੈਂ ਫੇਰ ਉਹੀ ਕਹਿ ਰਿਹਾ, ਮੈਂ ਹੁਣ ਫੇਰ ਚੀਜ਼ ਉਸੇ ਤੇ ਆ ਰਿਹਾ, ਮਸਲਾ ਨੀਅਤ ਅਤੇ ਨੀਤੀ ਦਾ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ। ਔਰ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਉਸੇ ਨੀਤੀ ਦਾ ਹਿੱਸਾ ਨੇ, ਉਸੇ ਨੀਅਤ ਦਾ ਹਿੱਸਾ ਨੇ ਜਿਸ ਨੀਅਤ ਅਤੇ ਨੀਤੀ ਦਾ ਹਿੱਸਾ ਕੈਪਟਨ ਅਮਰਿੰਦਰ ਸਿੰਘ ਹੈ। ਅੱਜ ਤੁਸੀਂ ਦੇਖੋ ਇਹਨਾਂ ਨੇ ਪਿਛਲੇ ਦਿਨੀ ਬਹੁਤ ਵੱਡੇ ਟਵੀਟ ਕੀਤੇ ਨਵਜੋਤ ਸਿੰਘ ਸਿੱਧੂ ਨੇ। ਇਹਨਾਂ ਨੇ ਬਿਜਲੀ ਦੇ ਮਸਲੇ ਦੇ ਉੱਤੇ ਵੀ ਬੋਲਿਆ ਕਿ ਹਾਂ ਜਿਹੜੇ ਅਕਾਲੀ ਦਲ ਨੇ ਸਮਝੌਤੇ ਕੀਤੇ ਸੀ ਪੰਜਾਬ ਦੇ ਵਿੱਚ 25 ਸਾਲਾ ਸਮਝੌਤੇ, ਉਹ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਹੈਗੇ ਆ ਤੇ ਇਸ ਕਰਕੇ ਸਮਝੌਤੇ ਰੱਦ ਕੀਤੇ ਜਾਣ। ਅਸੀਂ ਪਿਛਲੇ 4.5 ਸਾਲਾਂ ਤੋਂ ਵਿਧਾਨ ਸਭਾ ਦੇ ਵਿੱਚ ਲਗਾਤਾਰ ਇਹ ਮੁੱਦਾ ਚੱਕਦੇ ਆਏ ਆ, ਲੋਕਾਂ ਦੇ ਵਿੱਚ ਵੀ ਮੁੱਦਾ ਚੱਕਦੇ ਆਏ ਹੈਗੇ ਆ। ਅਮਨ ਅਰੋੜਾ ਜੋ ਸਾਡੇ ਐਮਐਲਏ ਹੈਗੇ ਸੁਨਾਮ ਤੋਂ, ਉਹਨਾਂ ਨੇ ਹੁਣ ਤੋਂ ਪਹਿਲਾਂ 4 ਵਾਰੀ ਪ੍ਰਾਈਵੇਟ ਮੈਂਬਰ ਬਿੱਲ, ਇਹਨਾਂ ਬਿੱਲ ਯਾਨੀ ਕਿ ਸਮਝੌਤੇ ਨੂੰ ਰੱਦ ਕਰਨ ਵਾਸਤੇ ਵਿਧਾਨ ਸਭਾ 'ਚ ਲੈ ਕੇ ਆਏ। ਠੀਕ ਹੈ ਨਾ। ਹਰ ਵਾਰ ਸਪੀਕਰ ਸਾਹਿਬ ਨੇ ਜਿਹੜਾ ਕਿ ਨੁਮਾਇੰਦਗੀ ਕਰਦਾ ਹੁੰਦਾ ਸਰਕਾਰ ਦੀ, ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਉਸ ਨੂੰ ਰੱਦ ਕੀਤਾ ਹੈਗਾ। ਹੁਣ ਅਸੀਂ 5ਵੀਂ ਵਾਰੀ ਫਿਰ 13 ਤਰੀਕ ਨੂੰ ਆਪਣਾ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਏ ਆ ਤਾਂ ਕਿ ਜਿਹੜਾ ਆਉਣ ਵਾਲੇ ਸੈਸ਼ਨ ਦੇ ਵਿੱਚ ਇਸ ਦੇ ਉੱਤੇ ਜਿਹੜੀ ਡਿਸਕਸ਼ਨ ਹੋ ਸਕੇ, ਬਹਿਸ ਹੋ ਸਕੇ ਔਰ ਇਹਨਾਂ ਨੂੰ ਰੱਦ ਕੀਤਾ ਜਾ ਸਕੇ। ਹੁਣ ਅਸੀਂ ਚੈਲੰਜ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਨੂੰ। ਇਹਨਾਂ ਨੇ ਕਿਹਾ ਸੀ ਕਿ ਅਸੀਂ ਰੱਦ ਕਰਾਂਗੇ। ਬਈ ਤੁਸੀਂ ਤਾਂ ਲੈ ਕੇ ਆਉਣਾ ਸੀ, ਨਹੀਂ ਲੈ ਕੇ ਆਉਣੇ ਸੀ ਸਾਨੂੰ ਨਹੀਂ ਪਤਾ, ਪਰ ਆਮ ਆਦਮੀ ਪਾਰਟੀ ਉਸ ਦਾ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆ ਗਈ ਹੈ, ਸਪੀਕਰ ਸਾਹਿਬ ਨੂੰ ਸਬਮਿਟ ਕਰ ਦਿੱਤਾ ਹੈਗਾ। ਹੁਣ ਤੁਸੀਂ ਵਿਪ ਜਾਰੀ ਕਰੋ ਆਪਣੇ ਐਮਐਲਏ ਨੂੰ, ਕਹੋ ਉਹਨਾਂ ਨੂੰ ਕਿ ਉਹ ਇਸ ਦੇ ਉੱਤੇ ਜਾਣੀ ਕਿ ਬਹਿਸ ਕਰਨ ਤੇ ਜੇਕਰ ਉਹ ਇਹਨਾਂ ਸਮਝੌਤਿਆਂ ਦੇ ਵਿਰੁੱਧ ਹੈਗੇ ਆ ਤਾਂ ਇਸ ਮਤੇ ਦੇ ਹੱਕ ਦੇ ਵਿੱਚ ਵੋਟਾਂ ਪਾਉਣ ਤੇ ਆਪਣੇ ਆਪ ਹੀ ਜਾਣੀ ਕਿ ਸਮਝੌਤੇ ਰੱਦ ਹੋ ਜਾਣਗੇ, ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਸੋ ਕਹਿਣਾ ਹੋਰ ਕਰਨਾ ਹੋਰ, ਐਵੇਂ ਮਗਰਮੱਛ ਦੇ ਹੰਝੂ ਵਹਾਈ ਜਾਣੇ, ਇਹ ਕੋਈ ਸਮੱਸਿਆ ਦਾ ਹੱਲ ਨਹੀਂ ਹੁੰਦਾ। ਇਹਨਾਂ ਵੱਲੋਂ ਕਿਹਾ ਗਿਆ ਸੀ ਵੀ ਅਸੀਂ ਐਗਰੀਮੈਂਟ ਰੱਦ ਕਰਾਂਗੇ। ਸਿੱਧੂ ਸਾਹਿਬ ਕਹਿੰਦੇ ਸੀਗੇ ਵੀ ਅਸੀਂ 3 ਰੁਪਏ ਯੂਨਿਟ ਦੇ ਦਾਂਗੇ ਜੇ ਸਾਡੀ ਸਰਕਾਰ ਆਊਗੀ। ਹੁਣ ਸਰਕਾਰ ਵੀ ਉਹਨਾਂ ਦੀ ਹੈ, ਪਰ ਇਹ ਮੰਤਰੀ ਵੀ ਇਹ ਰਹੇ ਹੈ। ਜਦੋਂ ਇਹ ਆਪਣੇ ਬਿਜਲੀ ਮੰਤਰੀ ਸੀ ਉਦੋਂ ਕਿਉਂ ਨਹੀਂ ਇਹਨਾਂ ਨੇ 3 ਰੁਪਏ ਯੂਨਿਟ ਕੀਤੀ ਗਈ? ਖੈਰ ਮੈਂ ਤੁਹਾਨੂੰ ਦਰੁਸਤ ਕਰ ਦਿਆਂ, ਬਿਜਲੀ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਕਦੇ ਵੀ ਨਹੀਂ ਰਹੇ। ਉਹਨਾਂ ਨੂੰ ਬਿਜਲੀ ਮੰਤਰਾਲਾ ਦਿੱਤਾ ਗਿਆ ਸੀ ਜੋ ਉਹਨਾਂ ਨੇ ਨਹੀਂ ਸੰਭਾਲਿਆ। ਅੱਜ ਤੁਸੀਂ ਦੇਖੋ ਜਿਹੜੇ ਮੁੱਦਿਆਂ ਦੇ ਉੱਤੇ ਪ੍ਰੋਬਲਮ ਹੈਗੀ ਹੈ, ਜੇ ਬਿਜਲੀ ਦੀ ਸਮੱਸਿਆ ਹੈਗੀ ਹੈ, ਉਹਦਾ ਮੰਤਰੀ ਕੌਣ ਹੈ? ਕੈਪਟਨ ਅਮਰਿੰਦਰ ਸਿੰਘ। ਠੀਕ ਹੈ ਕਿ ਨਹੀਂ। ਗ੍ਰਹਿ ਮੰਤਰਾਲੇ ਦਾ ਮੰਤਰਾਲਾ ਕਿਹਦੇ ਕੋਲ ਹੈ? ਕੈਪਟਨ ਅਮਰਿੰਦਰ ਸਿੰਘ ਕੋਲੇ। ਸ਼ਰਾਬ ਦਾ ਜਿਹਦੀ ਅਸੀਂ ਗੱਲ ਕਰਦੇ ਹਾਂ, ਐਕਸਾਈਜ਼ ਦਾ ਰੌਲਾ ਹੈਗਾ, ਉਹ ਕਿਹਦੇ ਕੋਲ ਹੈ? ਕੈਪਟਨ ਅਮਰਿੰਦਰ ਸਿੰਘ ਕੋਲੇ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਵੀ ਉਹ ਸਾਰੇ ਡਿਪਾਰਟਮੈਂਟ ਜਿਹੜੇ ਇੰਪੋਰਟੈਂਟ ਨੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੋਲ ਜਿਹੜੇ ਆ ਉਹ ਰੱਖੇ ਹੋਏ ਆ। ਔਰ ਨਵਜੋਤ ਸਿੰਘ ਸਿੱਧੂ ਜਿਹੜੇ ਸਥਾਨਕ ਸਰਕਾਰਾਂ ਦੇ ਮੰਤਰੀ ਰਹੇ, ਇਹਨਾਂ ਦੇ ਹੁੰਦੇ ਵੀ ਉਹਦੇ ਵਿੱਚ ਵੀ ਕੋਈ ਸੁਧਾਰ ਨਹੀਂ ਹੋਇਆ। ਜੇਕਰ ਸਭ ਤੋਂ ਵੱਧ ਭ੍ਰਿਸ਼ਟਾਚਾਰ ਕਰਪਸ਼ਨ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਤਾਂ ਸਥਾਨਕ ਸਰਕਾਰਾਂ ਡਿਪਾਰਟਮੈਂਟ ਦੇ ਵਿੱਚ ਹੀ ਹੋਈ ਹੈ। ਮੈਂ ਇਸੇ ਕਰਕੇ ਕਹਿ ਰਿਹਾ, ਭਾਵੇਂ ਸੁੱਖ ਸਰਕਾਰੀਆ ਹੋਣ, ਭਾਵੇਂ ਚਰਨਜੀਤ ਚੰਨੀ ਹੋਣ, ਭਾਵੇਂ ਤ੍ਰਿਪਤ ਬਾਜਵਾ ਹੋਣ ਤੇ ਭਾਵੇਂ ਸੁਖੀ ਰੰਧਾਵਾ ਹੋਣ, ਭਾਵੇਂ ਜਾਣੀ ਕਿ ਨਵਜੋਤ ਸਿੰਘ ਸਿੱਧੂ ਸੀ, ਸਾਰਾ ਜੇਕਰ ਕੈਪਟਨ ਅਮਰਿੰਦਰ ਸਿੰਘ ਇਕੱਲਾ ਫੇਲ ਹੋਇਆ ਤੇ ਤੁਸੀਂ ਆਪਦਾ ਰਿਪੋਰਟ ਕਾਰਡ ਲੋਕਾਂ ਦੇ ਸਾਹਮਣੇ ਰੱਖ ਦਿਓ। ਤੁਸੀਂ ਦੱਸ ਡਿਪਾਰਟਮੈਂਟ ਦੇ ਵਿੱਚ ਕਿਹੜਾ ਚੰਗਾ ਕੰਮ ਹੋ ਗਿਆ, ਤੁਹਾਡੇ ਡਿਪਾਰਟਮੈਂਟ 'ਚ ਕਿਵੇਂ ਕਰਪਸ਼ਨ ਤੁਸੀਂ ਰੋਕ ਲਈ। ਸੋ ਕਹਿਣ ਦਾ ਮਤਲਬ ਹੈਗਾ ਵੀ ਤੁਸੀਂ ਇਕੱਲਾ ਰੌਲਾ ਪਾ ਕੇ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਲੋਕ ਗੁੰਮਰਾਹ ਨਹੀਂ ਹੁੰਦੇ ਕਿਉਂਕਿ ਪੰਜਾਬ ਦੇ ਲੋਕ ਰਾਜਨੀਤਿਕ ਤੌਰ ਤੇ ਇਸ ਟਾਈਮ ਬਹੁਤ ਸੁਚੇਤ ਹੈਗੇ ਆ। ਉਹ ਫੂਕ ਕੇ ਕਦਮ ਰੱਖ ਰਹੇ ਆ, ਖਾਸ ਕਰਕੇ ਜਦੋਂ ਦਾ ਕਿਸਾਨੀ ਅੰਦੋਲਨ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬਹੁਤ ਔਖਾ। ਸਿੱਧੂ ਸਾਹਿਬ ਨੂੰ ਆਪਣੇ ਜਿਹੜਾ ਬਿਜਲੀ ਮਹਿਕਮਾ ਦਿੱਤਾ ਗਿਆ ਸੀ, ਪਰ ਕਿਸ ਗੱਲੋਂ ਡਰਦਿਆਂ ਨੇ ਇਹਨਾਂ ਨੇ ਛੱਡਿਆ ਗਿਆ, ਕਿਉਂ ਨਹੀਂ ਸਾਂਭਿਆ ਸੀਗਾ? ਸਰ ਸਿੱਧੂ ਸਾਹਿਬ ਕੋਈ ਰਾਜਨੀਤੀ 'ਚ ਨਵੇਂ ਨਹੀਂ ਹੈਗੇ। ਪਿਛਲੇ 20-25 ਸਾਲਾਂ ਤੋਂ ਰਾਜਨੀਤੀ 'ਚ ਹੀ ਹੈ। ਇਹ ਮੰਤਰੀ ਵੀ ਰਹੇ ਨੇ, ਇਹ ਐਮਐਲਏ ਰਹੇ ਨੇ, ਇਹਨਾਂ ਦੇ ਘਰ ਵਾਲੀ ਵੀ ਮੰਤਰੀ ਉਹ ਐਮਐਲਏ ਰਹੀ ਹੈ, ਸੀਪੀਐਸ ਰਹੀ ਹੈਗੀ ਹੈ, ਇਹ ਆਪ ਐਮਪੀ ਵੀ ਰਹੇ ਨੇ। ਤੁਸੀਂ ਮੈਨੂੰ ਇੱਕ ਵੀ ਐਸੇ ਰਾਜਨੀਤਿਕ ਤੌਰ ਤੇ ਇਹਨਾਂ ਦੀ ਅਚੀਵਮੈਂਟ ਦੱਸ ਦਿਓ ਜਿਹਦੇ ਨਾਲ ਇਹ ਕਹਿ ਸਕੀਏ ਕਿ ਹਾਂ ਨਵਜੋਤ ਸਿੰਘ ਸਿੱਧੂ ਜਦੋਂ ਐਮਪੀ ਜਾਂ ਮੰਤਰੀ ਹੁੰਦਾ ਸੀ ਉਦੋਂ ਇਹਨੇ ਆਹ ਚੀਜ਼ ਅਚੀਵ ਕੀਤੀ। ਐਸੀ ਕੋਈ ਅਚੀਵਮੈਂਟ ਇਹਨਾਂ ਦੇ ਖਾਤੇ ਦੇ ਵਿੱਚ ਨਹੀਂ ਹੈ। ਹਾਂ ਠੀਕ ਹੈ, ਬੁਲਾਰਾ ਚੰਗਾ ਹੈਗਾ ਜਾਂ ਇਹ ਕਹਿ ਲਈਏ ਨਿੱਜੀ ਤੌਰ ਤੇ ਉਹਨਾਂ ਦੇ ਉੱਤੇ ਕੋਈ ਕਰਪਸ਼ਨ ਦਾ ਚਾਰਜਸ ਨਹੀਂ ਹੈਗਾ, ਪਰ ਜਦੋਂ ਤੱਕ ਜੇ ਅਸੀਂ ਇੱਦਾਂ ਡਾਕਟਰ ਮਨਮੋਹਨ ਸਿੰਘ ਦੀ ਗੱਲ ਕਰੀਏ, ਡਾਕਟਰ ਮਨਮੋਹਨ ਸਿੰਘ ਦੇ ਉੱਤੇ ਕਿਹੜਾ
ਨਿੱਜੀ ਤੌਰ ਤੇ ਕੋਈ ਕਰਪਸ਼ਨ ਦੇ ਚਾਰजेस ਹੈਗੇ ਆ, ਲੇਕਿਨ ਜਦੋਂ ਉਹਨਾਂ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਸੀ, ਸ਼ਮੂਲੀਅਤ ਸੀ, ਭਾਵੇਂ ਉਹ ਕਾਮਨਵੈਲਥ ਗੇਮਸ ਹੋਣ ਜਾਂ ਹੋਰ ਤਰ੍ਹਾਂ ਦੇ ਕੋਲ ਘਟਾਲਾ ਹੋਵੇ, ਤਾਂ ਇਹਦਾ ਨਤੀਜਾ ਜਿਹੜਾ ਹੈਗਾ ਖਮਿਆਜਾ ਤਾਂ ਉਹ ਜਿਹੜਾ ਹੈਗਾ ਡਾਕਟਰ ਮਨਮੋਹਨ ਸਿੰਘ ਨੂੰ ਵੀ ਭੁਗਤਣਾ ਪਿਆ ਨਾ। ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਹੈਗਾ ਕਿ ਨਵਜੋਤ ਸਿੰਘ ਸਿੱਧੂ ਇੰਡੀਵਿਜੂਅਲ ਤੌਰ ਤੇ ਲੱਖ ਜਾਨੀ ਕਿ ਉਹਨਾਂ ਤੇ ਕੋਈ ਕਰਪਸ਼ਨ ਦਾ ਚਾਰजेस ਨਾ ਲੱਗਿਆ ਹੋਵੇ, ਪਰ ਉਹਨਾਂ ਨੇ ਕਰਪਸ਼ਨ ਨੂੰ ਖਤਮ ਕਰਨ ਵਾਸਤੇ ਵੀ ਕੁਝ ਨਹੀਂ ਕੀਤਾ। ਜਿਵੇਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਸਲਾਹਕਾਰ ਰੱਖੇ ਸੀਗੇ, ਉਹਨਾਂ ਤੇ ਵੀ ਸਵਾਲ ਉੱਠ ਰਹੇ ਹੈਗੇ, ਕਿਉਂਕਿ ਉਹਨਾਂ ਨੇ ਕਈ ਇਹੋ ਜਿਹੇ ਸਵਾਲ ਖੜੇ ਕੀਤੇ ਹੈਗੇ ਜਿਹੜੇ ਕਿ ਦੇਸ਼ ਧਰੋਹੀ ਵੀ ਮੰਗ ਹੋ ਰਹੀ ਹੈ ਵੀ ਇਹਨਾਂ ਦੇ ਪਰਚਾ ਦਰਜ ਹੋਵੇ, ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਲਾਇਆਗਾ ਵੀ ਇਹ ਜਿਹੜੇ ਪਾਕਿਸਤਾਨ ਦੀ ਮਹਿਲਾ ਹੈਗੀ ਜਿਹੜੀ ਉਸ ਨਾਲ ਦੋਸਤੀ ਹੈ, ਤੇ ਉਹ ਤੇ ਵੀ ਸਵਾਲ ਖੜੇ ਕਰ ਰਹੇ ਹੈ ਜੀ। ਦੇਖੋ ਇਹ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਨੇ, ਠੀਕ ਹੈ ਨਾ, ਪਹਿਲੀ ਗੱਲ ਇਹ ਕਹਿ ਦਈਏ ਕਿ ਉਹ ਨਿੱਜੀ ਸਲਾਹਕਾਰ ਨਹੀਂ ਹੈਗੇ ਉਹਨਾਂ ਦੇ, ਉਹ ਕਾਂਗਰਸ ਪ੍ਰਧਾਨ, ਪੰਜਾਬ ਦੇ ਕਾਂਗਰਸ ਪ੍ਰਧਾਨ ਦੇ ਸਲਾਹਕਾਰ ਨੇ। ਔਰ ਦੂਸਰੀ ਗੱਲ, ਜੋ ਉਹਨਾਂ ਨੇ ਬਿਆਨ ਦਿੱਤੇ, ਚਾਹੇ ਉਹ ਕਸ਼ਮੀਰ ਬਾਰੇ ਬਿਆਨ ਹੋਵੇ, ਚਾਹੇ ਤਾਲਿਬਾਨ ਬਾਰੇ ਬਿਆਨ ਹੋਵੇ, ਵੇ ਸਾਡਾ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈਗਾ ਕਿ ਇਹਨਾਂ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ, ਸੋਨੀਆ ਗਾਂਧੀ ਨੇ, ਰਾਹੁਲ ਗਾਂਧੀ ਹੈ, ਪ੍ਰਿਯੰਕਾ ਗਾਂਧੀ ਹੈ, ਉਹ ਇਹ ਚੀਜ਼ ਨੂੰ ਕਬੂਲਦੇ ਹੈ ਕਿ ਹਿੰਦੁਸਤਾਨ ਨੇ ਕਸ਼ਮੀਰ ਦੇ ਉੱਤੇ ਕਬਜ਼ਾ ਕੀਤਾ ਹੋਇਆ, ਆਪਦੀ ਉਹ ਸਥਿਤੀ ਸਪਸ਼ਟ ਕਰਨ। ਔਰ ਦੂਸਰੀ ਗੱਲ, ਜਿਹੜਾ ਇਹਨਾਂ ਦੇ ਸਲਾਹਕਾਰ ਬੋਲਦੇ ਆ, ਇਹਦੀ ਪੂਰੀ ਜਿਹੜੀ ਜ਼ਿੰਮੇਵਾਰੀ ਆ ਉਹ ਨਵਜੋਤ ਸਿੰਘ ਸਿੱਧੂ ਦੀ ਹੈਗੀ ਹੈ। ਨਵਜੋਤ ਸਿੰਘ ਸਿੱਧੂ ਨੂੰ ਪਬਲਿਕ ਦੇ ਵਿੱਚ ਆ ਕੇ ਆਪਣੀ ਸਫਾਈ ਦੇਣੀ ਚਾਹੀਦੀ ਹੈ, ਇਸ ਮੁੱਦੇ ਉੱਤੇ ਬੋਲਣਾ ਚਾਹੀਦਾ ਹੈ। ਪਰ ਇੱਕ ਚੀਜ਼ ਹੋਰ, ਜਿਹੜੀ ਕੱਲ ਇਹਨਾਂ ਦੇ ਇੱਕ ਸਲਾਹਕਾਰ ਨੇ ਆਪਣੇ ਫੇਸਬੁੱਕ ਯਾਨੀ ਕਿ ਪੇਜ ਦੇ ਉੱਤੇ ਕੁਝ ਫੋਟੋਆਂ ਅਪਲੋਡ ਕੀਤੀਆਂ, ਜਿਸ ਵਿੱਚ ਅਰੂਸਾ ਆਲਮ ਦੀ ਫੋਟੋ ਹੈਗੀ ਹੈ, ਜਿਸ ਵਿੱਚ ਪੰਜਾਬ ਦੇ ਡੀਜੀਪੀ ਦੀ ਫੋਟੋ ਹੈਗੀ ਹੈ, ਜਿੱਥੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਦੀ ਵੀ ਫੋਟੋ ਹੈਗੀ ਹੈ, ਔਰ ਜਿਸ ਤਰ੍ਹਾਂ ਦੇ ਉਹਨਾਂ ਨੇ ਕਮੈਂਟ ਲਿਖੇ ਹੈ, ਕਿ ਜਿਸ ਤਰ੍ਹਾਂ ਦੇ ਉਹਨਾਂ ਨੇ ਤੌਖਲੇ ਪ੍ਰਗਟ ਕੀਤੇ ਹੈਗੇ ਹੈ ਕਿ ਕਿਸ ਤਰ੍ਹਾਂ ਪੰਜਾਬ ਦੀ ਜਿਹੜੀ ਸੁਰੱਖਿਆ ਹੈਗੀ ਹੈ, ਖਾਸ ਕਰਕੇ ਹਿੰਦੁਸਤਾਨ ਦੀ ਜਿਹੜੀ ਸੁਰੱਖਿਆ ਹੈਗੀ ਹੈ, ਉਹ ਛਿੱਕੇ ਤੇ ਟੰਗੀ ਜਾ ਰਹੀ ਹੈ, ਉਹਦੇ ਸਵਾਲ ਕੈਪਟਨ ਸਾਹਿਬ ਨੂੰ ਦੇਣੇ ਬਣਦੇ ਆ। ਔਰ ਜਿੱਥੋਂ ਤੱਕ ਕੇਸ ਰਜਿਸਟਰ ਕਰਨ ਦੀ ਗੱਲ ਹੈ, ਮੈਨੂੰ ਲੱਗਦਾ ਹੈ ਵੀ ਉਹਨਾਂ ਦੇ ਸਲਾਹਕਾਰਾਂ ਦੀ ਬਜਾਏ ਸਭ ਤੋਂ ਪਹਿਲਾਂ ਜਿਹੜਾ ਰਜਿਸਟਰਡ ਕੇਸ ਆ ਉਹ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੋਣਾ ਚਾਹੀਦਾ, ਕਿਉਂਕਿ ਸਲਾਹਕਾਰ ਤਾਂ ਇਸੇ ਦੀ ਹੈ ਨਾ। ਉਸ ਤੋਂ ਪਹਿਲਾਂ ਵੀ ਬੋਲਦੇ ਸੀ ਲੋਕ, ਕਿੰਨੀ ਕੁ ਤਵੱਜੋ ਦਿੰਦੇ ਸੀ, ਤੇ ਹੁਣ ਜੇ ਸਲਾਹਕਾਰ ਬਣਨ ਤੋਂ ਬਾਅਦ ਜੇ ਇਹੋ ਜਿਹੇ ਉਹ ਬਿਆਨ ਦੇ ਰਹੇ ਆ, ਤਾਂ ਲੋਕ ਇਹ ਸਮਝਦੇ ਨੇ ਕਿ ਬਿਆਨ ਨਵਜੋਤ ਸਿੰਘ ਸਿੱਧੂ ਦੇ ਕਹਿਣ ਤੇ ਦਿੱਤੇ ਜਾ ਰਹੇ ਆ। ਹੁਣ ਜਿਵੇਂ ਆਪਾਂ ਲਾ ਲਈਏ ਕਾਂਗਰਸ ਇੱਕ ਕਾਟੋ ਕਲੇਸ਼ ਚੱਲ ਰਿਹਾ, ਤੇ ਆਮ ਆਦਮੀ ਪਾਰਟੀ 'ਚ ਵੀ ਲੱਗਦਾ ਹੈਗਾ ਵੀ ਜਿਵੇਂ ਭਗਵੰਤ ਮਾਨ ਜੀ ਥੋੜ੍ਹਾ ਜਿਹਾ ਪਿੱਛੇ ਹਟਿਆ ਹੈ ਜਦੋਂ ਇਹ ਰਾਘਵ ਚੱਡਾ ਜੀ ਆਏ, ਕੀ ਇਹ ਕੀ ਕਾਰਨ ਹੈ ਜੀ? ਨਹੀਂ, ਇਹ ਇੱਕ ਤੁਹਾਡੀ ਜਿਹੜੀ ਹੈ ਨਾ ਪਰਸੈਪਸ਼ਨ ਬਿਲਕੁਲ ਗਲਤ ਹੈਗੀ ਹੈ। ਤੁਹਾਨੂੰ ਯਾਦ ਹੋਏਗਾ ਸੰਯੁਕਤ ਕਿਸਾਨ ਮੋਰਚੇ ਨੇ ਜਦੋਂ ਇਹ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਇਆ ਸੀ, ਉਸ ਤੋਂ ਪਹਿਲਾਂ ਇੱਕ ਵਿਪ ਜਾਰੀ ਕੀਤੀ ਸੀ। ਉਹਨਾਂ ਨੇ ਹੁਕਮ ਕੀਤਾ ਸੀ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟ ਨੂੰ, ਭਾਵੇਂ ਉਹ ਰਾਜ ਸਭਾ ਦੇ ਮੈਂਬਰ ਨੇ ਤੇ ਭਾਵੇਂ ਉਹ ਲੋਕ ਸਭਾ ਦੇ ਮੈਂਬਰ ਹੈਗੇ, ਕਿ ਤੁਸੀਂ ਜਿਹੜਾ ਹੈਗਾ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦਾ ਮੁੱਦਾ ਜ਼ੋਰ ਸ਼ੋਰ ਦੇ ਨਾਲ ਉਠਾਉਣਾ ਹੈਗਾ, ਉੱਥੋਂ ਵਾਕਆਊਟ ਨਹੀਂ ਕਰਨਾ। ਜੇਕਰ ਤੁਹਾਨੂੰ ਬਾਹਰ ਕੱਢ ਵੀ ਦਿੰਦੇ ਫਿਰ ਵੀ ਤੁਸੀਂ ਵਾਰ-ਵਾਰ ਉੱਥੇ ਜਾਣਾ ਹੈਗਾ। ਔਰ ਤੁਹਾਨੂੰ ਯਾਦ ਹੋਏਗਾ ਭਗਵੰਤ ਮਾਨ ਨੇ 12 ਵਾਰ ਜਿਹੜਾ ਹੈਗਾ ਕੰਮ ਰੋਕੂ ਮਤਾ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ, ਔਰ ਲਗਾਤਾਰ ਉੱਥੋਂ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਜਿਹੜੀ ਹਾਜ਼ਰੀ ਰਹੀ। ਬਲਕਿ ਜਿਹੜੇ ਅੱਜ ਆਪਣੇ ਆਪ ਨੂੰ ਪੰਥਕ ਕਹਾਉਂਦੇ, ਜਿਹੜੇ ਕਿਸਾਨ ਹਿਤੈਸ਼ੀ ਪਾਰਟੀ ਦੇ ਪ੍ਰਧਾਨ ਕਹਾਉਂਦੇ ਆ, ਇਹ ਤਾਂ ਉੱਥੇ ਹਾਜ਼ਰੀ ਨਹੀਂ ਹੋਏ, ਠੀਕ ਹੈ ਨਾ। ਇਹਨਾਂ ਨੇ ਲਗਾਤਾਰ ਕਿਸਾਨਾਂ ਦੀ ਵਿਪ ਦਾ ਜਿਹੜਾ ਉਲੰਘਣ ਕੀਤਾ। ਹੁਣ ਗੱਲ ਇਹ ਹੈਗੀ ਵੀ ਭਗਵੰਤ ਮਾਨ ਜੀ ਪੰਜਾਬ ਦੇ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਦੇ, ਪਰ ਉਹਦੇ ਨਾਲ ਉਹ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਵੀ ਨੇ, ਔਰ ਸਾਰਾ ਪੰਜਾਬ ਨਹੀਂ ਬਲਕਿ ਪੂਰਾ ਹਿੰਦੁਸਤਾਨ ਇਸ ਚੀਜ਼ ਤੇ ਮਾਣ ਕਰਦਾ ਹੈਗਾ ਕਿ ਭਗਵੰਤ ਮਾਨ ਲਗਾਤਾਰ ਲੋਕਾਂ ਦੇ ਮੁੱਦਿਆਂ ਦੇ ਨਾਲ ਪਾਰਲੀਮੈਂਟ ਦੇ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਹੈਗੇ ਆ। ਹੁਣ ਤੁਸੀਂ ਦੱਸੋ, ਇੱਕ ਬੰਨੇ ਤਾਂ ਸਾਡੇ ਕੋਲ ਸੀ ਉਹ ਪੋਲੀਟੀਕਲ ਐਕਟੀਵਿਟੀ ਜਿਸ 'ਚ ਭਗਵੰਤ ਮਾਨ ਦੀ ਸ਼ਮੂਲੀਅਤ ਹੋਣੀ ਚਾਹੀਦੀ ਸੀ, ਦੂਸਰੇ ਬੰਨੇ ਪਾਰਲੀਮੈਂਟ ਦਾ ਉਹ ਇੰਪੋਰਟੈਂਟ ਸੈਸ਼ਨ ਸੀ ਜਿੱਥੇ ਕਿ ਕਿਸਾਨਾਂ ਦੇ ਮੁੱਦੇ ਨੂੰ ਬਾਰ-ਬਾਰ ਉਠਾਉਣਾ ਸੀ। ਤਾਂ ਇਸ ਕਰਕੇ ਜੇਕਰ ਉਹ ਉੱਥੇ ਰਹਿੰਦੇ, ਇਨਸਾਨ ਤਾਂ ਇੱਕ ਹੈ ਨਾ, ਉਹ ਜਾਂ ਇੱਥੇ ਭਾਗ ਲੈ ਲੈਂਦਾ ਤੇ ਜਾਂ ਉੱਥੇ ਭਾਗ ਲੈ ਲੈਂਦਾ। ਤੇ ਮੈਨੂੰ ਲੱਗਦਾ ਅਸੀਂ ਮਾਣ ਮਹਿਸੂਸ ਕਰਦੇ ਹਾਂ ਭਗਵੰਤ ਮਾਨ ਤੇ ਸਾਰੇ ਪੰਜਾਬੀ ਆਮ ਆਦਮੀ ਪਾਰਟੀ ਦੇ ਵਰਕਰ ਖਾਸ ਕਰਕੇ, ਕਿ ਉਹਨਾਂ ਨੇ ਕਿਸਾਨਾਂ ਦੀ ਆਵਾਜ਼ ਬੁਲੰਦ ਜਿਹੜੀ ਹੈ ਉੱਥੇ ਸੈਸ਼ਨ ਦੇ ਵਿੱਚ ਕੀਤੀ। ਤਾਂ ਇਸ ਕਰਕੇ ਕਿਸੇ ਤਰ੍ਹਾਂ ਦੀਆਂ ਕੋਈ ਦੂਰੀਆਂ ਨਹੀਂ ਹੈਗੀਆਂ, ਕੋਈ ਕੁਝ ਨਹੀਂ ਹੈਗਾ। ਇਹ ਤਾਂ ਪਰਸੈਪਸ਼ਨ ਹੈਗੀ ਹੈ ਜਾਂ ਸਾਡੇ ਵਿਰੋਧੀ ਪਾਰਟੀਆਂ ਵੱਲੋਂ ਫੈਲਾਈ ਗਈ ਭਰਮ ਭੁਲੇਖੇ ਹੈਗੇ ਆ। ਹੁਣ ਜਿਵੇਂ 2022 ਦੀਆਂ ਚੋਣਾਂ ਜਿਹੜੀਆਂ ਉਹਨਾਂ ਦੀਆਂ ਪ੍ਰਸ਼ਾਸਨ ਵੱਲੋਂ ਤਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਪਰ ਤੁਹਾਡੇ ਵੱਲੋਂ ਹਜੇ ਤੱਕ ਮੁੱਖ ਮੰਤਰੀ ਦਾ ਚਿਹਰਾ ਕੋਈ ਸਾਹਮਣੇ ਨਹੀਂ ਲਿਆਂਦਾ ਗਿਆ ਜੀ। ਦੇਖੋ, ਮੁੱਖ ਮੰਤਰੀ ਦਾ ਚਿਹਰਾ ਜਿੱਦਾਂ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਫੇਰੀ ਦੇ ਦਰਮਿਆਨ ਕਿਹਾ ਸੀ, ਬਿਲਕੁਲ ਅਸੀਂ ਲੈ ਕੇ ਆਵਾਂਗੇ। ਸਾਡਾ ਜਿਹੜਾ ਚਿਹਰਾ ਹੈਗਾ ਬਿਲਕੁਲ ਪੰਜਾਬੀ ਹੋਏਗਾ, ਸਿੱਖ ਹੋਏਗਾ, ਕਾਬਲ ਹੋਏਗਾ, ਉਹ ਚਿਹਰਾ ਹੋਏਗਾ ਜਿਸ ਨੂੰ ਲੋਕ ਪਸੰਦ ਕਰਨਗੇ, ਜਿਹਦੀ ਨੀਅਤ ਅਤੇ ਨੀਤੀ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ, ਉਹ ਚਿਹਰਾ ਅਸੀਂ ਦਿਆਂਗੇ। ਔਰ ਬਿਲਕੁਲ ਤੁਹਾਡੇ ਨਾਲ ਫਿਰ ਇੱਕ ਵਾਰੀ ਅਸੀਂ ਯਾਨੀ ਕਿ ਤੁਹਾਡੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ, ਵੋਟਾਂ ਤੋਂ ਕਾਫੀ ਦੇਰ ਪਹਿਲਾਂ ਅਸੀਂ ਆਪਣਾ ਜਿਹੜਾ ਚਿਹਰਾ ਹੈਗਾ ਉਹ ਲੋਕਾਂ ਦੇ ਸਾਹਮਣੇ ਬਿਲਕੁਲ ਰੱਖ ਦਿਆਂਗੇ, ਔਰ ਉਸ ਚਿਹਰੇ ਦੇ ਨਾਂ ਦੇ ਉੱਤੇ ਹੀ, ਔਰ ਆਮ ਆਦਮੀ ਪਾਰਟੀ ਦੀ ਫਿਲਾਸਫੀ ਦੇ ਉੱਤੇ, ਆਮ ਆਦਮੀ ਪਾਰਟੀ ਦੀ ਇਮਾਨਦਾਰ ਰਾਜਨੀਤੀ ਦੇ ਉੱਤੇ ਅਸੀਂ ਜਿਹੜੀਆਂ ਵੋਟਾਂ ਲੋਕਾਂ ਤੋਂ ਮੰਗਾਂਗੇ। ਕਿਤੇ ਤੁਹਾਡਾ ਇਸ਼ਾਰਾ ਭਗਵੰਤ ਮਾਨ ਕਰਨੀ ਤਾਂ ਨਹੀਂ, ਮੈਨੂੰ ਤਾਂ ਇਹ ਲੱਗਦਾ ਵੀ ਤੁਹਾਡਾ ਇਸ਼ਾਰਾ ਭਗਵੰਤ ਮਾਨ ਕਰਨੀ ਜਾਂਦਾ ਵੀ ਪੰਜਾਬੀ ਵੀ ਹੈ, ਸਿੱਖ ਵੀ ਹੈਗਾ ਤੇ ਲੀਡਰ ਵੀ ਹੈਗੇ ਉਹ
ਦੇਖੋ ਜੀ, ਭਗਵੰਤ ਮਾਨ ਜੀ ਸਾਡੇ ਪੰਜਾਬ ਦੇ ਪ੍ਰਧਾਨ ਨੇ, ਪੰਜਾਬ ਦੇ ਸਭ ਤੋਂ ਹਰਮਨ ਪਿਆਰੇ ਨੇਤਾ ਹੈਗੇ ਹੈ, ਇਮਾਨਦਾਰ ਨੇ, ਲਗਾਤਾਰ 2 ਵਾਰੀ ਪਾਰਲੀਮੈਂਟ ਦੇ ਜਿੱਤੇ ਹੋਏ ਨੇ ਮੈਂਬਰ ਪਾਰਲੀਮੈਂਟ, ਔਰ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਜਿਹੜੀ ਪ੍ਰੈਜੈਂਸ ਹੈ ਬੜੀ ਦਮਦਾਰ ਰਹਿੰਦੀ ਹੈਗੀ ਹੈ। ਉਹ ਵੀ ਹੋ ਸਕਦਾ, ਕਿਉਂ ਨਹੀਂ ਹੋ ਸਕਦੇ, ਸਾਡੇ ਸਭ ਤੋਂ ਯਾਨੀ ਕਿ ਹਰਮਨ ਪਿਆਰੇ ਨੇਤਾ ਹੈਗੇ, ਔਰ ਸ਼ਾਇਦ ਪੰਜਾਬ ਦਾ ਇੱਕੋ ਇੱਕ ਐਸਾ ਨੇਤਾ ਹੈਗਾ, ਠੀਕ ਹੈ ਨਾ, ਜਿਹੜਾ ਰਾਤ ਨੂੰ 11 ਵਜੇ ਵੀ ਫੇਸਬੁੱਕ ਤੇ ਇੱਕ ਮੈਸੇਜ ਪਾ ਦੇ ਨਾ ਕਿ ਕੱਲ ਮਿਲਦੇ ਹਾਂ ਸਵੇਰੇ 7 ਵਜੇ, ਤਾਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਉਦੋਂ ਵੀ ਆ ਜਾਂਦੇ ਆ। ਇਹ ਤੁਹਾਡਾ ਜਿਹੜਾ ਇਹ ਮੁੱਖ ਮੰਤਰੀ ਦਾ ਚਿਹਰਾ ਕਦੋਂ ਤੱਕ ਐਲਾਨ ਦਿੱਤਾ ਜਾਵੇਗਾ ਜੀ? ਉਮੀਦ ਆ ਕਿ ਇਲੈਕਸ਼ਨ ਦੇਖੋ ਫਰਵਰੀ ਦੇ ਵਿੱਚ ਹੋਣੇ ਆ, ਉਸ ਤੋਂ ਘੱਟੋ ਘੱਟ 2-3 ਮਹੀਨੇ ਪਹਿਲਾਂ ਅਸੀਂ ਜ਼ਰੂਰ ਅਨਾਉਂਸ ਕਰ ਦਿਆਂਗੇ। ਇਹ ਸਨ ਨੀਲ ਗਰਗ ਜੀ, ਜਿਨ੍ਹਾਂ ਦਾ ਕਹਿਣਾ ਗਾ ਕਿ ਜਿਹੜਾ ਇਹ ਕਾਂਗਰਸ ਦਾ ਕਾਟੋ ਕਲੇਸ਼ ਹੈ ਇਹ ਆਮ ਲੋਕਾਂ ਦਾ ਨੁਕਸਾਨ ਕਰ ਰਿਹਾ ਹੈ। ਇਹਨਾਂ ਦਾ ਤਾਂ ਹੁਣੇ ਹੋਣਾ ਸੀ, ਜਿਹੜਾ ਆਮ ਲੋਕਾਂ ਦਾ ਵੀ ਨੁਕਸਾਨ ਕਰ ਰਿਹਾ ਹੈ, ਅਤੇ ਆਉਣ ਵਾਲੀਆਂ ਚੋਣਾਂ ਵਿੱਚ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਇਹ ਜਲਦੀ ਤੋਂ ਜਲਦੀ ਡਿਕਲੇਅਰ ਕਰ ਦਿੱਤਾ ਜਾਵੇਗਾ, ਅਤੇ ਪੰਜਾਬੀ ਅਤੇ ਸਿੱਖ ਹੀ ਜਿਹੜਾ ਇਹ ਚਿਹਰਾ ਹੋਵੇਗਾ। ਬਠਿੰਡਾ ਤੋਂ ਅਜੀਤ ਟੀਵੀ ਲਈ ਨਾਇਬ ਸਿੰਘ ਸਿੱਧੂ ਦੀ ਰਿਪੋਰਟ। ਮੈਂ ਆਪਣੇ ਪੰਜਾਬ 'ਚ ਦੇਖਿਆ, ਖਾਸ ਕਰਕੇ ਪਿੰਡਾਂ 'ਚ ਦੇਖਿਆ ਕਿ ਆਪਣੇ ਲੋਕ ਜ਼ਿਆਦਾ ਤੱਕ ਆਪਣੇ ਘਰੇ ਮੱਝਾਂ ਦੇ ਕਾਂ ਪਾਲਦੇ ਆ, ਉਹਨਾਂ ਤੋਂ ਦੁੱਧ ਵੀ ਲੈਂਦੇ ਆ, ਅਤੇ ਉਹਦੇ ਬਾਅਦ ਦੁੱਧ ਵੇਚ ਕੇ ਆਪਣਾ ਇੱਕ ਇਨਕਮ ਦਾ ਸਾਧਨ ਵੀ ਬਣਾਉਂਦੇ ਆ। ਉਵੇਂ ਹੀ ਬਾਕੀ ਫਸਲਾਂ ਦੇ ਨਾਲ ਬਹੁਤ ਸਾਰੇ ਕਿਸਾਨ ਆਪਣੇ ਪਿੰਡਾਂ ਵਿੱਚ ਸਬਜ਼ੀਆਂ ਦੀ ਖੇਤੀ ਕਰਦੇ ਆ ਅਤੇ ਫਰੂਟ ਵੀ ਦੇ ਬੂਟੇ ਵੀ ਲਾਏ ਆ। ਪਰ ਕਈ ਵਾਰ ਮੈਂ ਦੇਖਿਆ ਕਿ ਦੁੱਧ ਦੇ ਰੇਟ ਬੜੇ ਡਿੱਗ ਪੈਂਦੇ ਆ, ਸਬਜ਼ੀਆਂ ਦੇ ਰੇਟ ਬੜੇ ਡਿੱਗ ਪੈਂਦੇ ਆ, ਅਤੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਜਦੋਂ ਸਰਕਾਰ ਬਣੇਗੀ, ਅਸੀਂ ਵਾਅਦਾ ਕਰਦੇ ਹਾਂ ਕਿ ਹਰ ਸਾਲ ਦੁੱਧ ਤੇ ਸਬਜ਼ੀਆਂ ਤੇ MSP ਡਿਕਲੇਅਰ ਕੀਤੀ ਜਾਊਗੀ। ਉਹ ਤੋਂ ਘੱਟ ਜੇ ਰੇਟ ਡਿੱਗੇ ਤੇ ਉਹਦਾ ਜਿਹੜਾ ਫਰਕ ਹੈ ਉਹ ਤੁਹਾਡੀ ਆਉਣ ਵਾਲੀ ਸਰਕਾਰ ਤੁਹਾਡੇ ਖਾਤਿਆਂ 'ਚ ਦੇਊਗੀ।